एक सवाल कई बार मन च आउंदा है कि पंजाब दा हाल भी ग्रीस वर्गा होएगा। विल पंजाब भी अनदर ग्रीस? हुण तुसीं पुछोगे कि कित्थे ग्रीस ते कित्थे पंजाब ते दोनां दा आपस दे विच ताल्लुक की होया। आ तुसीं देखो कि आ तां रिहा ग्रीस रिहा इत्थे, ठीक है जी, और ये अपना पंजाब, ਤਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਕਿਸ ਤਰੀਕੇ ਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਇਕਨੋਮੀ ਦੀ ਗੱਲ ਕਰ ਰਿਹਾ, ਪੰਜਾਬ ਦੀ ਇਕਨੋਮੀ ਦੀ ਗੱਲ ਕਰ ਰਿਹਾ। ਅੱਜ ਦੀ ਤਰੀਕ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬ ਦੇ ਉੱਤੇ ਜਿੰਨਾ ਕਰਜ਼ਾ ਹੋ ਚੁੱਕਿਆ, ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਹੋਇਆ। ਔਰ ਜੇ ਪੰਜਾਬ ਦੀ ਆਬਾਦੀ ਅਸੀਂ ਲਾਉਂਦੇ ਹਾਂ ਕਿ 3 ਕਰੋੜ ਦੀ ਆਬਾਦੀ ਹੈ ਤਾਂ ਇਹ ਮੰਨ ਲਓ ਹਰ ਇੱਕ ਪੰਜਾਬੀ ਦੇ ਉੱਤੇ 1 ਲੱਖ ਦਾ ਕਰਜ਼ਾ ਤਾਂ ਚੜੇ ਹੋਇਆ, ਜਿਹੜਾ ਕਿ ਅਗਲੀਆਂ ਪੀੜ੍ਹੀਆਂ ਨੇ ਕਰਜ਼ਾ ਉਤਾਰਨਾ। ਔਰ ਇਹ ਕਰਜ਼ਾ ਘਟਣਾ ਨਹੀਂ, ਇਹ ਕਰਜ਼ਾ ਹਰ ਸਾਲ ਵੱਧਦਾ ਹੀ ਰਿਹਾ ਹੈ ਔਰ ਵੱਧਦਾ ਹੀ ਰਹੇਗਾ ਵੀ ਇਹ। ਸੋ ਦੈਟ ਮੀਨਸ ਕਿ ਅਸੀਂ ਕਰਜ਼ਈ ਹੋ ਰਹੇ ਹਾਂ। ਹੁਣ ਗ੍ਰੀਸ ਦੇ ਨਾਲ ਕੀ ਤਾਲੁਕ ਹੋਇਆ? ਮੈਂ ਗ੍ਰੀਸ ਨਾਲ ਤਾਲੁਕ ਤਾਂ ਕਰ ਰਿਹਾ ਇਸ ਚੀਜ਼ ਦਾ ਕਿ ਇਹ ਵੀ ਤਕਰੀਬਨ ਕਿਸੇ ਦੇਸ਼ ਦੇ ਨਾਲ ਕੰਪੇਅਰ ਕਰੀਏ ਤਾਂ ਅਸੀਂ ਕਿਤੇ ਨਾ ਕਿਤੇ ਨੇੜੇ ਤੇੜੇ ਲੱਗਦੇ ਹਾਂ। ਐਗਜ਼ੈਕਟਲੀ ਨੇੜੇ ਨਹੀਂ ਲੱਗਦੇ ਪਰ ਫਿਰ ਵੀ ਕਿਤੇ ਨੇੜੇ ਲੱਗਦੇ ਹਾਂ। ਜੇ ਗੱਲ ਕਰਾਂ ਮੈਂ ਤਾਂ ਗ੍ਰੀਸ ਦਾ ਏਰੀਆ ਜੋ ਹੈਗਾ ਤਾਂ 1,32,000 ਸਕੁਆਇਰ ਕਿਲੋਮੀਟਰ ਹੈ। ਪੰਜਾਬ ਦਾ ਜਿਹੜਾ ਏਰੀਆ ਹੈ ਉਹ 50,000 ਸਕੁਆਇਰ ਕਿਲੋਮੀਟਰ ਦੇ ਕਰੀਬ ਹੈ। ਦੈਟ ਮੀਨਸ ਅਪਰੋਕਸੀਮੇਟਲੀ ਗ੍ਰੀਸ ਸਾਡੇ ਤੋਂ 3 ਗੁਣਾ ਵੱਡਾ ਹੈ। ਆਬਾਦੀ ਦੇ ਹਿਸਾਬ ਦੇ ਨਾਲ ਉੱਥੇ ਦੀ 1 ਕਰੋੜ ਆਬਾਦੀ ਹੈ, ਪੰਜਾਬ ਦੀ ਆਬਾਦੀ ਅੱਜ ਦੀ ਤਰੀਕ ਦੇ ਕੋਈ 3 ਕਰੋੜ ਦੀ ਆਬਾਦੀ ਹੈ। ਦੈਟ ਮੀਨਸ ਆਬਾਦੀ ਉਹਦੀ 1/3 ਹੈ ਪੰਜਾਬ ਦੇ ਨਾਲੋਂ। GDP ਜੇ ਦੇਖੀਏ ਅਸੀਂ ਉਹਦੀ ਉਹ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇਖੀਏ ਤਾਂ ਪੰਜਾਬ ਨਾਲੋਂ ਕੋਈ 3 ਗੁਣਾ ਹੈ ਉਹਦੀ ਉਹ, ਠੀਕ ਹੈ। ਔਰ ਇਸੇ ਤਰੀਕੇ ਨਾਲ ਆਪਾਂ ਇਨਕਮ ਪਰ ਕੈਪ ਜਿਹੜੀ ਕਿ ਦੇਖੀਏ ਉੱਥੇ ਦੀ ਕਿ ਪਰ ਪਰਸਨ ਇਨਕਮ ਦੇਖੀਏ ਤਾਂ ਪੰਜਾਬ ਨਾਲੋਂ ਤਕਰੀਬਨ 12 ਗੁਣਾ ਉਹਨਾਂ ਦੀ ਪਰ ਪਰਸਨ ਇਨਕਮ ਹੋ ਜਾਂਦੀ ਹੈ। ਦੈਟ ਮੀਨਸ ਜੇ ਪੰਜਾਬ ਦੀ ਕੋਈ 1 ਲੱਖ ਦੇ ਕਰੀਬ ਹੈ ਤਾਂ ਉਹਨਾਂ ਦੀ 12 ਲੱਖ ਦੇ ਕਰੀਬ ਦੀ ਆਮਦਨ ਹੋਏਗੀ, ਪਰ ਪਰਸਨ ਆਮਦਨ ਹੋਏਗੀ। ਪਰ ਗ੍ਰੀਸ ਦਾ ਹਾਲ ਕੀ ਹੋਇਆ, ਦੈਟ ਇਜ਼ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਉਹਨਾਂ ਹਾਲਤਾਂ ਦੇ ਵਿੱਚ ਹੀ ਚੱਲ ਰਹੇ ਹਾਂ, ਅੱਗੇ ਉਹਨਾਂ ਤਰੀਕਿਆਂ ਦੇ ਉੱਤੇ ਅੱਗੇ ਚੱਲ ਰਹੇ ਹਾਂ। ਔਰ ਗ੍ਰੀਸ ਨੇ ਜਿਹੜੇ ਭੋਗੀ ਹੈ ਜਿਹੜੀ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਗ੍ਰੀਸ ਦਾ ਕੀ ਹਾਲ ਹੋਇਆ। ਇਹ ਤੁਸੀਂ ਦੇਖਿਆ ਹੋਣਾ ਕਿ ਗ੍ਰੀਸ ਦੇ ਵਿੱਚ ਤਕਰੀਬਨ 2013-14 ਦੇ ਵਿੱਚ ਜਾ ਕੇ ਇੰਨੇ ਮਾੜੇ ਹਾਲਾਤ ਹੋਏ ਕਿ ਲੋਕੀ ਸੜਕਾਂ ਦੇ ਉੱਤੇ ਆ ਗਏ। ਤਕਰੀਬਨ ਇਹ ਕਿਹਾ ਜਾਂਦਾ ਕਿ ਆਮ ਉੱਥੇ ਦੇ ਜਿਹੜੇ ਇੰਪਲੋਈ ਸੀਗੇ ਉਹਨਾਂ ਦੀ ਤਨਖਾਹਾਂ 35% ਤੋਂ ਲੈ ਕੇ 60-70% ਤੱਕ ਤਨਖਾਹਾਂ ਘਟਾ ਦਿੱਤੀਆਂ ਗਈਆਂ। ਕੋਈ 40% ਦੇ ਕਰੀਬ ਲੋਕੀ ਨੌਕਰੀਆਂ ਤੋਂ ਕੱਢ ਦਿੱਤੇ ਗਏ। ਔਰ ਜਿੰਨੇ ਸਰਕਾਰੀ ਅਦਾਰੇ ਸੀਗੇ ਉਹਨਾਂ ਨੂੰ ਵੇਚਣਾ ਪਿਆ। ਕਿਉਂ? ਕਿਉਂਕਿ ਸਰਕਾਰ ਦੇ ਉੱਤੇ ਕਰਜ਼ਾ ਇੰਨਾ ਜ਼ਿਆਦਾ ਚੜ੍ਹ ਚੁੱਕਿਆ ਸੀ। ਔਰ ਇਹ ਕਿਉਂ ਹੋ ਰਿਹਾ ਸੀਗਾ? ਕਿਉਂਕਿ ਸਰਕਾਰ ਫਜ਼ੂਲ ਖਰਚੀਆਂ ਕਰ ਰਹੀ ਸੀ। ਸਰਕਾਰ ਦੀ ਆਮਦਨ ਇੰਨੀ ਨਹੀਂ ਸੀ ਔਰ ਖਰਚਾ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀ। ਜਿਵੇਂ ਆਪਾਂ ਕਹਿੰਦੇ ਹਾਂ ਕਿ ਆਮਦਨੀ 98 ਖਰਚਾ ਰੁਪਈਆ, ਉਹ ਹਾਲਾਤ ਜਿਹੜੇ ਸੀ ਗ੍ਰੀਸ ਦੇ ਹੋਏ ਸੀਗੇ। ਔਰ ਅਲਟੀਮੇਟਲੀ ਗ੍ਰੀਸ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਦੇ ਹੋਏ ਕਰਨਾ ਕੀ ਪਿਆ? ਜਾ ਕੇ ਫਿਰ ਉਹਨਾਂ ਨੂੰ ਕਰਜ਼ੇ ਹੋਰ ਲੈਣੇ ਪਏ ਔਰ ਹੱਥ ਜੋੜ ਕੇ, ਹੱਥ ਬੰਨ੍ਹ ਕੇ ਜਿਹੜੇ ਸੀ ਕਰਜ਼ੇ ਲੈਣੇ ਪਏ। ਔਰ ਉਹਨਾਂ ਹਾਲਾਤਾਂ ਦੇ ਵਿੱਚ ਇਹ ਪੋਜੀਸ਼ਨ ਹੋਈ ਕਿ ਉੱਥੇ ਦੀ ਜਨਤਾ ਦੇ ਨੂੰ ਉਹ ਸੰਤਾਪ ਭੋਗਣਾ ਪਿਆ। ਜੇ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਕਰਜ਼ਿਆਂ ਦੀ ਸ਼ਰਤ ਕੀ ਸੀਗੀ? ਸ਼ਰਤ ਇਹ ਸੀ ਕਿ ਤੁਸੀਂ ਆਪਣੇ ਕਰਜ਼ੇ ਘਟਾਓਗੇ ਔਰ ਆਪਣੇ ਖਰਚੇ ਘਟਾਓਗੇ। ਔਰ ਖਰਚੇ ਕਿਵੇਂ ਘਟਾਏ ਗਏ? ਨੌਕਰੀਆਂ ਤੋਂ ਲੋਕਾਂ ਨੂੰ ਕੱਢ ਕੇ ਖਰਚੇ ਘਟਾਏ ਗਏ, ਲੋਕਾਂ ਦੀਆਂ ਤਨਖਾਹਾਂ ਘਟਾ ਕੇ ਖਰਚੇ ਘਟਾਏ ਗਏ। ਔਰ ਜਿਹੜੀਆਂ ਸੀਗੀਆਂ ਬਾਕੀ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਜਿਹੜਾ ਸੀਗਾ ਉਹ ਕਰਜ਼ੇ ਦਾ ਉਹਨਾਂ ਨੇ ਪੂਰਨ ਕਰਨਾ ਹੈ, ਜਿਹੜਾ ਕਿ ਅਗਲੇ ਬਹੁਤ ਲੰਬੇ ਸਮੇਂ ਪੀਰੀਅਡ ਦੇ ਵਿੱਚ ਉਹ ਕਰਜ਼ਾ ਉਤਾਰਨਾ ਪਏਗਾ। ਔਰ ਉਹ ਵੀ ਬੜੀ ਆਸਾਨ ਸ਼ਰਤਾਂ ਤੇ ਕਰਜ਼ੇ ਦਿੱਤੇ ਗਏ ਸੀ ਉਹਨਾਂ ਨੂੰ, ਜਿਹੜਾ ਕਿ ਅੱਜ ਦੀ ਤਰੀਕ 'ਚ ਅਸੀਂ ਨਹੀਂ ਕਹਿ ਸਕਦੇ ਕਿ ਪੰਜਾਬ ਨਾਲ ਹੋਣ ਵਾਲਾ ਹੈ। ਸੋ ਇਸੇ ਕਰਕੇ ਮੈਂ ਕਹਿੰਦਾ ਕਿ ਅੱਜ ਦੀ ਤਰੀਕ ਦੇ ਵਿੱਚ ਅੱਜ ਹਰ ਕੋਈ ਕਹਿੰਦਾ ਕਿ ਅਸੀਂ ਇਹ ਕਰ ਦਿਆਂਗੇ, ਅਸੀਂ ਇੰਨੀ ਮਤਲਬ ਕਿ ਤੁਹਾਨੂੰ ਫ੍ਰੀ ਚੀਜ਼ਾਂ ਦੇ ਦਿਆਂਗੇ ਜਾਂ ਇੰਨੀ ਚੀਜ਼ਾਂ ਅਸੀਂ ਤੁਹਾਡੇ ਵਾਸਤੇ ਹੋਰ ਕਰ ਦਿਆਂਗੇ। ਗੱਲ ਤਾਂ ਇਹ ਆਉਂਦੀ ਹੈ ਪੈਸਾ ਆਉਣਾ ਕਿੱਥੋਂ ਹੈ? ਪੈਸਾ ਆਏਗਾ ਤਾਂ ਹੀ ਤਾਂ ਅਸੀਂ ਕੋਈ ਚੀਜ਼ ਕਰ ਪਾਵਾਂਗੇ। ਜੇ ਪੈਸਾ ਹੀ ਨਹੀਂ ਆਏਗਾ ਔਰ ਪੈਸੇ ਹੈ ਹੀ ਨਹੀਂ ਜੇਬ ਦੇ ਵਿੱਚ ਤਾਂ ਅਸੀਂ ਉਹ ਫ੍ਰੀਬੀਜ਼ ਵੰਡਣੀਆਂ ਤਾਂ ਕਿਵੇਂ ਵੰਡਣੀਆਂ ਨੇ? ਇਹ ਇੱਕ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ, ਕਿਉਂਕਿ ਅੱਜ ਸਾਡੇ ਨਾਲ ਪੰਜਾਬ ਦੇ ਵਿੱਚ ਇਹ ਚੀਜ਼ ਹੋ ਰਹੀ ਹੈ। ਔਰ ਮੈਂ ਤੁਹਾਡਾ ਜਿਹੜੀ ਚੀਜ਼ ਹੋਰ ਸ਼ੇਅਰ ਕਰਨ ਲੱਗਿਆ ਸੀਗਾ ਇੱਥੇ ਕਿ ਇਹ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ, ਗ੍ਰੀਸ ਦੇ ਵਿੱਚ ਜੋ ਹਾਲਾਤ ਪੇਸ਼ ਹੋਏ ਕਿ ਉੱਥੇ ਦੀ ਪੋਪੂਲੇਸ਼ਨ ਚੇਂਜ,
ਕਿ ਤਕਰੀਬਨ ਅਸੀਂ ਦੇਖਦੇ ਕਿ ਪੰਜਾਬ ਦੇ ਵਿੱਚ ਹਰ ਪ੍ਰਦੇਸ਼ ਦੀ ਆਬਾਦੀ ਵੱਧਦੀ ਹੈ, ਘਟਦੀ ਨਹੀਂ। ਔਰ ਪਿਛਲੇ ਅਸੀਂ ਦੇਖਦੇ ਸੀਗੇ ਕਿ 2001 ਤੋਂ ਲੈ ਕੇ 2011 ਔਰ 2011 ਤੋਂ ਲੈ ਕੇ 2021 ਤੱਕ ਜੇ ਪੰਜਾਬ ਦੀ ਆਬਾਦੀ ਤਕਰੀਬਨ ਜੇ ਹੁਣ ਪਿਛਲੇ 10 ਸਾਲਾਂ 'ਚ ਤਕਰੀਬਨ 1% ਵਧੀ ਹੈ, ਔਰ ਉਸ ਤੋਂ ਪਹਿਲਾਂ 1.6% ਵਧੀ ਸੀਗੀ। ਦੈਟ ਮੀਨਸ ਆਬਾਦੀ ਘਟ ਰਹੀ ਹੈ ਪੰਜਾਬ ਦੀ। ਕਿਉਂ ਘਟ ਰਹੀ ਹੈ? ਕਿਉਂਕਿ ਲੋਕੀ ਇੱਥੋਂ ਬਾਹਰ ਜਾ ਰਹੇ ਨੇ। ਔਰ ਇਹੀ ਚੀਜ਼ ਗ੍ਰੀਸ ਦੇ ਵਿੱਚ ਹੋਈ ਸੀਗੀ ਕਿ ਆਬਾਦੀ ਘਟਣੀ ਸ਼ੁਰੂ ਹੋ ਗਈ। ਔਰ ਤੁਸੀਂ ਦੇਖਦੇ ਹੋ ਕਿ 9 ਤੋਂ ਬਾਅਦ ਲਗਾਤਾਰ 2014 ਤੱਕ ਉਹਨਾਂ ਦੀ ਆਬਾਦੀ ਘਟਣੀ ਸ਼ੁਰੂ ਹੋ ਗਈ। ਕਿਉਂ? ਕਿਉਂਕਿ ਉੱਥੇ ਦੀ ਇਕਨੋਮਿਕ ਹਾਲਾਤ ਖਰਾਬ ਹੋ ਗਏ ਸੀਗੇ। ਔਰ ਜਦੋਂ ਇਕਨੋਮੀ ਦੀ ਹਾਲਾਤ ਖਰਾਬ ਹੁੰਦੀ ਹੈ ਉਸ ਵੇਲੇ ਲੋਕੀ ਜਿਹੜੇ ਸੀ ਬਾਹਰ ਜਾਣਾ ਸ਼ੁਰੂ ਹੁੰਦੇ ਨੇ। ਅਸੀਂ ਕੀ ਦੇਖਦੇ ਹਾਂ? ਲੋਕੀ ਯੂਪੀ ਤੋਂ, ਬਿਹਾਰ ਤੋਂ ਪੰਜਾਬ 'ਚ ਆਉਂਦੇ ਨੇ ਕਿਉਂਕਿ ਉੱਥੇ ਉਹਨਾਂ ਦੀ ਇਕਨੋਮੀ ਖਰਾਬ ਹੈ, ਇਸ ਕਰਕੇ ਉਹ ਪੰਜਾਬ 'ਚ ਆਉਂਦੇ ਨੇ। ਪੰਜਾਬੀ ਕੀ ਸਮਝਦੇ ਨੇ? ਪੰਜਾਬੀ ਇਹ ਸਮਝਦੇ ਨੇ ਕਿ ਸਾਡੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ ਔਰ ਇਸੇ ਕਰਕੇ ਉਹ ਕੈਨੇਡਾ, ਆਸਟ੍ਰੇਲੀਆ ਜਾਂ ਹੋਰ ਦੇਸ਼ਾਂ 'ਚੋਂ ਮਾਈਗ੍ਰੇਟ ਕਰ ਰਹੇ ਨੇ। ਅੱਜ ਦੀ ਤਰੀਕ ਦੇ ਵਿੱਚ ਚੰਗੇ ਚੰਗੇ ਲੋਕਾਂ ਦੇ ਨਾਲ ਗੱਲ ਕਰੀਏ ਤਾਂ ਸਾਨੂੰ ਉੱਥੇ ਨਜ਼ਰ ਆਉਂਦਾ ਕਿ ਲੋਕੀ ਪੰਜਾਬ 'ਚ ਕੋਈ ਰਹਿਣਾ ਹੀ ਨਹੀਂ ਚਾਹੁੰਦਾ। ਜਿਵੇਂ 2-4 ਦਿਨ ਪਹਿਲਾਂ ਮੈਨੂੰ ਲੱਗਦਾ ਕਿ ਥੋੜ੍ਹੇ ਦਿਨਾਂ ਦੀ ਗੱਲ ਹੈਗੀ ਆ, ਇਹ ਟੀਵੀ ਦੇ ਉੱਤੇ ਚੜ੍ਹਦੀ ਕਲਾ ਟੀਵੀ ਦੇ ਉੱਤੇ ਪ੍ਰੋਗਰਾਮ ਆ ਰਿਹਾ ਸੀਗਾ। ਉੱਥੇ ਮਿਸਟਰ ਹਰਜਿੰਦਰ ਸਿੰਘ ਪਾਲ ਸਿੰਘ ਵਾਲੀਆ ਉਹਨਾਂ ਦਾ ਪ੍ਰੋਗਰਾਮ ਸੀਗਾ ਔਰ ਕੁਝ NRIs ਨਾਲ ਗੱਲ ਕਰ ਰਹੇ ਸੀਗੇ, ਕੁਝ ਲੋਕਲ ਬੰਦਿਆਂ ਨਾਲ ਵੀ ਗੱਲ ਕਰ ਰਹੇ ਸੀ। ਉਹ ਉਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰ ਰਹੇ ਸੀਗੇ ਕਿ ਕੈਨੇਡਾ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ। ਜਿੰਨੇ ਲੋਕੀ ਇੱਥੋਂ ਜਾ ਰਹੇ ਨੇ ਕੋਈ ਹਾਲਾਤ ਚੰਗੇ ਨਹੀਂ ਉਹਨਾਂ ਦੇ। ਆਮ ਤੌਰ ਤੇ ਜਿੰਨੇ ਮੁੰਡੇ ਜਾ ਰਹੇ ਨੇ ਬਹੁਤ ਮੀਨੀਅਲ ਜੌਬ ਕਰਨੀਆਂ ਪੈਂਦੀਆਂ ਨੇ, ਬੜੇ ਔਖੇ ਹਾਲਾਤ ਦੇ 'ਚ ਉਦੋਂ ਟਾਈਮ ਲੰਘਦੇ ਨੇ। ਕੁੜੀਆਂ ਜਿੰਨੀਆਂ ਜਾ ਰਹੀਆਂ ਨੇ ਉੱਥੇ, ਉਹ ਕਹਿਣਾ ਨਹੀਂ ਚਾਹੀਦਾ ਪਰ ਇਹ ਉੱਥੇ ਦੇ ਲੋਕੀ ਦੱਸ ਰਹੇ ਸੀਗੇ ਕਿ ਜਿੰਨੇ ਮਾੜੇ ਕੰਮਾਂ ਦੇ 'ਚ, ਮੈਂ ਉਹਨਾਂ ਸ਼ਬਦਾਂ ਨੂੰ ਮਤਲਬ ਨਹੀਂ ਬੋਲ ਰਿਹਾ ਉਹ, ਪਰ ਜਿੰਨੇ ਮਾੜੇ ਕੰਮ ਹੋ ਸਕਦੇ ਨੇ ਉਹਨਾਂ ਕੰਮਾਂ ਦੇ ਵਿੱਚ ਪੈ ਕੇ ਜੋ ਗੁਜ਼ਾਰਾ ਕਰ ਰਹੀਆਂ ਨੇ ਉੱਥੇ। ਸੋ ਪਰ ਫਿਰ ਵੀ ਵਾਪਸ ਕੋਈ ਨਹੀਂ ਆਉਣਾ ਚਾਹੁੰਦਾ। ਇੰਨੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਉੱਥੋਂ ਵਾਪਸ ਕੋਈ ਨਹੀਂ ਆਉਣਾ ਚਾਹੁੰਦਾ। ਈਵਨ ਇਹ ਵੀ ਗੱਲ ਕਰ ਰਹੇ ਸੀ ਉੱਥੇ ਕਿ ਕਈ IAS ਆਫੀਸਰਸ ਹੈਗੇ ਨੇ, ਉਹ ਆਪਣੀ ਨੌਕਰੀਆਂ ਛੱਡ ਕੇ ਉੱਥੇ ਚਲੇ ਗਏ ਨੇ ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਇੱਥੇ ਕੋਈ ਨਜ਼ਰ ਨਹੀਂ ਆਉਂਦਾ। ਮੇਰੀ ਆਪਣੀ ਜਾਣਕਾਰੀ ਦੇ ਵਿੱਚ ਮੈਂ ਐਸੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੀ ਇੱਥੇ ਕੋਈ ਲੱਖਾਂ ਦੀ ਪ੍ਰਾਪਰਟੀ ਨਹੀਂ, ਕਰੋੜਾਂ ਦੀ ਨਹੀਂ, ਅਰਬਾਂ ਦੀ ਪ੍ਰਾਪਰਟੀ ਹੈ। ਮੈਂ ਗੱਲ ਕਰ ਰਿਹਾ ਅਰਬਾਂ ਦੀ ਪ੍ਰਾਪਰਟੀ ਹੈ। ਉਹ ਵੀ ਜਾ ਕੇ ਕੈਨੇਡਾ 'ਚ ਸੈਟਲ ਹੋ ਗਏ ਨੇ। ਕਹਿੰਦੇ ਉੱਥੇ ਜਾ ਕੇ ਕੋਈ ਕੰਮ ਕਰ ਲਾਂਗੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਹਨਾਂ ਨੂੰ ਆਪਣਾ ਤਾਂ ਫਿਊਚਰ ਕਹਿੰਦੇ ਅਸੀਂ ਕੱਢ ਲਾਂਗੇ ਪਰ ਬੱਚਿਆਂ ਦਾ ਫਿਊਚਰ ਕੋਈ ਨਜ਼ਰ ਨਹੀਂ ਆਉਂਦਾ। ਸੋ ਦੈਟ ਇਜ਼ ਵਾਟ ਇਜ਼ ਹੈਪਨਿੰਗ। ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਹੋ ਕੀ ਰਿਹਾ ਇਹ। ਜਿਵੇਂ ਗ੍ਰੀਸ 'ਚ ਲੋਕੀ ਭੱਜ ਕੇ ਛੱਡ ਕੇ ਜਾ ਰਹੇ ਸੀ ਗ੍ਰੀਸ ਨੂੰ ਕਿਉਂਕਿ ਉੱਥੇ ਦੀ ਇਕਨੋਮੀ ਖਰਾਬ ਹੋ ਗਈ ਸੀਗੀ, ਇਸੇ ਤਰੀਕੇ ਨਾਲ ਪੰਜਾਬ ਦਾ ਵੀ ਕੋਈ ਉਹੀ ਹਾਲ ਹੋ ਰਿਹਾ। ਔਰ ਜੇ ਇਹੀ ਹਾਲ ਰਿਹਾ ਤਾਂ ਕੱਲ ਨੂੰ ਅਸੀਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਪਿਕਚਰ ਦਿਖਾਈ ਸੀਗੀ ਉਹ ਹਾਲਾਤ ਵੀ ਹੋ ਸਕਦੇ ਨੇ। ਮੈਂ ਨਹੀਂ ਕਹਿੰਦਾ ਕਿ ਅੱਜ ਉਹ ਹਾਲਾਤ ਹੈਗੇ ਨੇ ਔਰ ਗ੍ਰੀਸ ਵਰਗੇ ਹਾਲਾਤ ਹੋਣੇ ਵੀ ਨਹੀਂ, ਸਾਡੇ ਇੰਨੇ ਮਾੜੇ ਹਾਲਾਤ ਹੋ ਨਹੀਂ ਸਕਦੇ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਜਿਹੜਾ ਸੀਗਾ ਉਹ ਇੱਕ ਸੰਘੀ ਇਲਾਕੇ ਦੇ ਵਿੱਚ ਕੰਮ ਕਰ ਰਿਹਾ ਹੈ, ਭਾਰਤ ਸਰਕਾਰ ਦੇ ਇੱਕ ਪ੍ਰਦੇਸ਼ ਦੇ ਤੌਰ ਤੇ ਕੰਮ ਕਰ ਰਿਹਾ ਹੈ। ਗ੍ਰੀਸ ਨੇ ਇੰਨਾ ਜ਼ਿਆਦਾ ਕਰਜ਼ਾ ਚੱਕ ਲਿਆ ਸੀਗਾ ਕਿ ਆਪਣੀ ਜਿੰਨੀ ਉਹਨਾਂ ਦੀ GDP ਸੀ ਉਸ ਤੋਂ ਤਕਰੀਬਨ 1.5 ਜਾਂ ਅਸੀਂ ਕਹਿੰਦੇ ਹਾਂ ਕਿ ਦੁੱਗਣਾ ਉਹਨਾਂ ਦਾ ਕਰਜ਼ਾ ਹੋ ਚੁੱਕਿਆ ਸੀਗਾ। ਅੱਜ ਦੀ ਤਰੀਕ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਪੰਜਾਬ ਦਾ ਕਰਜ਼ਾ ਹੈ ਉਹ ਆਪਣੀ GDP ਦੇ ਤਕਰੀਬਨ ਅੱਧੇ ਤੇ ਪਹੁੰਚਿਆ ਹੋਇਆ। ਠੀਕ ਹੈ, ਪਰ ਅੱਧੇ ਤੋਂ ਅੱਗੇ ਪਹੁੰਚਣ ਦੇ ਉੱਤੇ ਕੋਈ ਬਹੁਤਾ ਟਾਈਮ ਨਹੀਂ ਲੱਗਣਾ। ਪਰ ਹਾਂ ਇਹ ਗੱਲ ਮੈਂ ਜ਼ਰੂਰ ਕਹਿ ਸਕਦਾ ਕਿਉਂਕਿ ਅਸੀਂ ਇੱਕ ਪ੍ਰਦੇਸ਼ ਹਾਂ ਔਰ ਅਸੀਂ ਕਰਜ਼ਾ ਚੱਕਣ ਵਾਸਤੇ ਕਿਉਂਕਿ ਭਾਰਤ ਸਰਕਾਰ ਦੀ ਲਿਮਿਟ ਲੱਗ ਜਾਂਦੀ ਹੈ ਉੱਥੇ ਕਿ ਤੁਸੀਂ ਇਸ ਤੋਂ ਜ਼ਿਆਦਾ ਕਰਜ਼ਾ ਨਹੀਂ ਲੈ ਸਕਦੇ। ਜਿਵੇਂ ਕਿ ਹੁਣ ਬਜਟ ਕਿਹਾ ਗਿਆ ਕਿ ਤੁਸੀਂ 4% ਤੋਂ ਜ਼ਿਆਦਾ ਫਿਸਕਲ ਡੈਫਿਸਿਟ ਨਹੀਂ ਕਰ ਸਕਦੇ। ਦੈਟ ਮੀਨਸ ਕਿ ਪੰਜਾਬ ਸਰਕਾਰ ਦੇ ਉੱਤੇ ਇੱਕ ਲਿਮਿਟ ਲੱਗੀ ਹੋਈ ਹੈ ਕਿ ਤੁਸੀਂ ਇਸ ਤੋਂ ਜ਼ਿਆਦਾ ਖਰਚੇ ਨਹੀਂ ਕਰ ਸਕਦੇ ਔਰ ਜਿੰਨੀ ਆਮਦਨ ਹੋਏਗੀ ਉਹ ਆਮਦਨ ਜਿਹੜੀ ਸੀਗੀ ਉਸੇ ਨੂੰ ਹੀ ਅਸੀਂ ਵੰਡ ਸਕਦੇ ਹਾਂ, ਉਸ ਤੋਂ ਜ਼ਿਆਦਾ ਆਮਦਨ ਨੂੰ ਨਹੀਂ ਵੰਡ ਸਕਦੇ। ਔਰ ਆਪਣੀ ਜੇ ਅਸੀਂ ਕਹੀਏ ਕਿ ਅਸੀਂ ਆਹ ਚੀਜ਼ ਕਰ ਦਿਆਂਗੇ, ਇੰਨੇ ਪੈਸੇ ਖਰਚ ਕਰ ਦਿਆਂਗੇ ਜਾਂ ਇਹ ਚੀਜ਼ਾਂ ਲਗਾ ਦਿਆਂਗੇ, ਉਹ ਚੀਜ਼ਾਂ ਨਹੀਂ ਹੋ ਸਕਦੀਆਂ ਕਿਤੇ ਨਾ ਕਿਤੇ। ਅੱਜ ਦੀ ਤਰੀਕ ਦੇ ਵਿੱਚ 85% ਤਕਰੀਬਨ ਜਿੰਨਾ ਪੰਜਾਬ ਦਾ ਟੋਟਲ ਰਸੀਟਸ ਹੈਗੀਆਂ ਨੇ ਉਹ ਕਿਹਦੇ ਵਿੱਚ ਜਾਂਦਾ? ਉਹ ਤਨਖਾਹਾਂ 'ਚ ਜਾਂਦਾ, ਉਹ ਪੈਨਸ਼ਨ 'ਚ ਜਾਂਦਾ, ਉਹ ਆਪਣੇ ਰੈਵਨਿਊ ਐਕਸਪੈਂਸਿਸ ਦੇ ਵਿੱਚ ਜਾਂਦਾ ਹੈ, ਉਹ ਤੁਹਾਡੇ ਜਿਹੜੇ ਹੋਰ ਫੁਟਕਲ ਖਰਚੇ ਨੇ
ਉਹਨਾਂ ਦੇ ਵਿੱਚ ਨਿਕਲ ਜਾਂਦਾ ਹੈ ਔਰ ਸਿਰਫ 15 ਰੁਪਏ ਬਚਦੇ ਨੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕੋਈ ਨਾ ਕੋਈ ਜਿਹੜਾ ਸੀਗਾ ਕੋਈ ਹੋਰ ਨਵੀਂ ਚੀਜ਼ ਜਿਹੜੀ ਸੀਗੀ ਸਿਹਤ ਦੇ ਉੱਤੇ, ਸਕੂਲਾਂ ਦੇ ਉੱਤੇ ਜਾਂ ਹੈਲਥ ਦੇ ਉੱਤੇ, ਇਹਨਾਂ ਚੀਜ਼ਾਂ ਦੇ ਉੱਤੇ ਲਗਾਉਣੀ ਹੈ। ਫਿਰ ਪੈਸਾ ਹੈ ਕਿੱਥੇ? ਮੈਂ ਜੇ ਪਿਛਲੇ ਸਾਲ ਦਾ ਬਜਟ ਦਾ ਐਨਾਲਿਸਿਸ ਕਰਾਂ ਕਿ ਟੋਟਲ ਪੰਜਾਬ ਦਾ ਜਿਹੜਾ ਬਜਟ ਸੀਗਾ ਕੋਈ 1,62,000 ਕਰੋੜ ਦਾ ਬਜਟ ਸੀਗਾ। ਉਹਦੇ ਵਿੱਚੋਂ ਜਿਹੜੀ ਆਮਦਨ ਸੀਗੀ ਪੰਜਾਬ ਦੀ ਸਿਰਫ 95,000 ਕਰੋੜ ਦੀ ਆਮਦਨ ਸੀਗੀ। ਬਾਕੀ ਦਾ ਤਾਂ ਸਿਰਾ ਕਰਜ਼ਾ ਹੀ ਕਰਜ਼ਾ ਹੈ। ਉਹ ਜਿਹੜਾ ਕਿ ਇਸ ਤਰੀਕੇ ਦਾ ਕਰਜ਼ਾ ਹੈ ਕਿ ਪੰਜਾਬ ਨੇ ਉਹਦੇ ਉੱਤੇ ਹਰ ਸਾਲ ਬਸ ਇਹ ਲਿੱਤਾ ਹੈ, ਕਰਜ਼ਾ ਲਿੱਤਾ ਹੋਇਆ, ਹਰ ਸਾਲ ਵਾਪਸ ਕਰਨਾ, ਉਹੀ ਕਰਜ਼ਾ ਦੁਬਾਰਾ ਲੈ ਲੈਣਾ। ਉਹ ਸੋ ਦੈਟ ਮੀਨਸ ਕਿ ਸਾਡੇ ਉੱਤੇ ਵਿਆਜ ਵੱਧਦਾ ਹੀ ਜਾ ਰਿਹਾ ਔਰ ਉਹ ਵਿਆਜ ਜਿਹੜਾ ਸੀਗਾ ਅਲਟੀਮੇਟਲੀ ਤਾਂ ਪੇ ਤਾਂ ਜਿਹੜੀ ਫਿਊਚਰ ਜਨਰੇਸ਼ਨ ਆਣੀ ਉਸੇ ਨੇ ਵਾਪਸ ਕਰਨਾ ਨਾ। ਉਹ ਤਾਂ ਫਿਰ ਉਹ ਸੋ ਇਸੇ ਕਰਕੇ ਇਹ ਸੋਚਣ ਵਾਲੇ ਹਾਲਾਤ ਨੇ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਔਰ ਸਾਡੇ ਵਾਸਤੇ ਜ਼ਰੂਰੀ ਕੀ ਹੈ ਕਿ ਸਾਡੀ ਜਿਹੜੀ ਇਕੋਨਮੀ ਹੈ ਉਹ ਬੈਟਰ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਕਿ ਇਸ ਵੇਲੇ ਜਿਹੜੇ ਸੀਗੇ ਉੱਥੇ ਗ੍ਰੀਸ ਦੇ ਹਾਲਾਤ ਤਕਰੀਬਨ 25% ਜਿਹੜੇ ਲੋਕੀ ਸੀਗੇ ਉਹ ਅਨਐਮਪਲੋਇਡ ਸੀਗੇ। ਹੁਣ ਕੱਲ ਪਰਸੋਂ ਦੈਨਿਕ ਭਾਸਕਰ 'ਚ ਖਬਰ ਆ ਰਹੀ ਸੀਗੀ ਕਿ ਪੰਜਾਬ, ਹਰਿਆਣਾ, ਹਿਮਾਚਲ ਬੇਸਿਕਲੀ ਤਕਰੀਬਨ ਹਰ ਤੀਜਾ ਗ੍ਰੈਜੂਏਟ ਜਿਹੜਾ ਹੈਗਾ 33% ਹੋ ਗਿਆ ਇਹ ਕਿ ਹਰ ਤੀਜਾ ਗ੍ਰੈਜੂਏਟ ਜਿਹੜਾ ਉਹ ਅਨਐਮਪਲੋਇਡ ਹੈ। ਜੇ ਇੰਨੀ ਅਨਐਮਪਲੋਇਮੈਂਟ ਹੋਏਗੀ ਤਾਂ ਦੱਸੋ ਭਵਿੱਖ ਕੀ ਰਹੇਗਾ ਕਿਸੇ ਦਾ? ਔਰ ਇਸੇ ਕਰਕੇ ਈਵਨ ਅੱਜ ਦੀ ਡੇਟ ਦੇ ਵਿੱਚ ਪੇਰੈਂਟਸ ਬੱਚਿਆਂ ਸਕੂਲ ਵਾਲਿਆਂ ਨੂੰ ਕਹਿ ਰਹੇ ਨੇ ਕਿ ਸਾਨੂੰ 10ਵੀਂ 11ਵੀਂ ਦੇ ਵਿੱਚ ਆਇਲਟਸ ਕਰਾ ਦਿਓ, ਸਾਨੂੰ ਬੱਚਿਆਂ ਨੂੰ ਬਾਹਰ ਭੇਜ ਦਿਓ। ਜ਼ਮੀਨਾਂ ਵੇਚ ਕੇ ਉਹ ਬਾਹਰ ਬੱਚਿਆਂ ਨੂੰ ਭੇਜ ਰਹੇ ਨੇ ਕਿਉਂਕਿ ਕਿਤੇ ਫਿਊਚਰ ਨਜ਼ਰ ਨਹੀਂ ਆ ਰਿਹਾ। ਇਹ ਹਾਲਾਤ ਸਿਰਫ ਇਸ ਕਰਕੇ ਨੇ ਕਿਉਂਕਿ ਸਾਡੀ ਇਕੋਨਮੀ ਦੀ ਪੋਜੀਸ਼ਨ ਖਰਾਬ ਹੈ ਔਰ ਇਸ ਵਾਸਤੇ ਜਿਹੜਾ ਸੀਗਾ ਪੰਜਾਬ ਨੂੰ ਸਾਰਿਆਂ ਨੂੰ ਮਿਲ ਕੇ ਚਾਹੀਦਾ ਕਿ ਸਾਡੀ ਇਕੋਨਮੀ ਦੀ ਪੋਜੀਸ਼ਨ ਉਹ ਬੈਟਰ ਹੋਣੀ ਚਾਹੀਦੀ ਹੈ। ਨਹੀਂ ਤਾਂ ਸਾਡੇ ਹਾਲਾਤ ਵੀ ਜਿਹੜੇ ਸੀਗੇ ਉਹ ਗ੍ਰੀਸ ਵਰਗੇ ਹੋ ਸਕਦੇ ਨੇ ਔਰ ਬਹੁਤ ਸੰਤਾਪ ਜਿਹੜਾ ਸੀਗਾ ਉਹ ਭੋਗਣਾ ਪੈਣਾ, ਸਾਰੀ ਜਨਤਾ ਨੂੰ ਭੋਗਣਾ ਪੈਣਾ ਔਰ ਇਹਦੇ ਵਾਸਤੇ ਬੇਸਿਕਲੀ ਚਾਹੀਦਾ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਟਰਾਂਸਪੇਰੈਂਸੀ ਦਾ ਮਤਲਬ ਕੀ ਹੈ ਕਿ ਜਿੰਨੇ ਫਾਲਤੂ ਦੇ ਖਰਚੇ ਨੇ, ਮੈਂ ਤਾਂ ਚਾਹੁੰਦਾ ਕਿ ਜਿੰਨੇ ਪੋਲੀਟੀਸ਼ੀਅਨਸ ਨੇ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਖਰਚੇ ਘਟਾਉਣੇ ਚਾਹੀਦੇ ਨੇ। ਜਦ ਤੱਕ ਉਹ ਆਪਣੇ ਖਰਚੇ ਔਰ ਉਹਨਾਂ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਲੈ ਕੇ ਆਉਣਗੇ ਤਾਂ ਫਿਰ ਪਬਲਿਕ ਕਿਉਂ ਫੋਲੋ ਕਰੇਗੀ ਉਹਨਾਂ ਚੀਜ਼ਾਂ ਨੂੰ? ਸੋ ਇਸੇ ਕਰਕੇ ਇਸ ਚੀਜ਼ ਨੂੰ ਮੈਂ, ਕਿਉਂਕਿ ਇਹ ਕਿਤੇ ਨਾ ਕਿਤੇ ਮੁੱਦਾ ਹੈ ਪੋਲੀਟੀਕਲ ਹੋ ਜਾਂਦਾ, ਮੈਂ ਉਸ ਚੀਜ਼ ਤੇ ਨਹੀਂ ਜਾਣਾ ਚਾਹੁੰਦਾ। ਨਾ ਮੈਂ ਕਹਿਣਾ ਚਾਹੁੰਦਾ ਕਿ ਕਿਸ ਨੂੰ ਕੀ ਕਰਨਾ ਚਾਹੀਦਾ, ਬਟ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਐਂਡ ਡਿਜੀਟਾਈਜੇਸ਼ਨ ਜੇ ਇਹਨਾਂ ਚੀਜ਼ਾਂ ਨੂੰ ਫੋਲੋ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਚੀਜ਼ਾਂ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਹਾਲੇ ਵੀ ਹਾਲਾਤ ਇੰਨੇ ਖਰਾਬ ਨਹੀਂ ਹੋਏ ਕਿ ਅਸੀਂ ਇਹਨਾਂ ਨੂੰ ਇਸ ਹਾਲਾਤ ਤੋਂ ਜਿਹੜਾ ਅਸੀਂ ਵਾਪਸ ਨਾ ਆ ਸਕੀਏ। ਆ ਸਕਦੇ ਹਾਂ ਜੇ ਅਸੀਂ ਆਪਣੇ ਕੰਡਕਟ ਦੇ ਵਿੱਚ ਟਰਾਂਸਪੇਰੈਂਸੀ ਲੈ ਕੇ ਆਈਏ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਜਿੰਨੇ ਵੀ ਸਾਡੇ MLAs ਨੇ ਹੋਰ ਨੇ, ਦੇ ਸ਼ੁੱਡ ਬੀ ਟਰਾਂਸਪੇਰੈਂਟ ਅਬਾਊਟ ਦੇਅਰ ਐਕਸਪੈਂਸਿਸ ਆਲਸੋ। ਜਿਵੇਂ ਮੈਂ ਕਹਿ ਸਕਦਾ ਇਸ ਤਰ੍ਹਾਂ ਕਿ ਟੈਲੀਫੋਨ ਦੇ ਖਰਚੇ ਨੇ, ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਬਿੱਲ ਉਹਨਾਂ ਨੂੰ ਮਤਲਬ ਕਿ ਰੀਇੰਬਰਸ ਕੀਤੇ ਜਾਂਦੇ ਨੇ। ਕੋਈ ਟੈਲੀਫੋਨ ਫੈਸਿਲਿਟੀਆਂ ਤਾਂ ਫ੍ਰੀ ਹੈਗੀਆਂ ਨੇ, ਕਿਸੇ ਨੇ ਕੋਈ ਟੂਰਿੰਗ ਕਰਨੀ ਹੈ ਸੋ ਦੈਟ ਸ਼ੁਡ ਬੀ ਪ੍ਰੋਪਰਲੀ ਮੈਜਰਡ। ਇਹ ਟੋਲ ਟੈਕਸ ਹਰ ਇੱਕ ਨੂੰ ਫ੍ਰੀ ਕਰ ਦਿਓ, ਇਹ ਸਾਰੇ ਜ਼ਰੀਏ ਹੈਗੇ ਨੇ ਆਪਣੇ ਆਪ ਨੂੰ ਟਰਾਂਸਪੇਰੈਂਸੀ ਤੋਂ ਬਚਾਉਣ ਵਾਸਤੇ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਸੀਗਾ ਮੈਂ ਕਹਿਣਾ ਚਾਹਾਂਗਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਸਟ੍ਰਿਕਟ ਮੋਨੀਟਰਿੰਗ ਹੋਣੀ ਚਾਹੀਦੀ ਹੈ ਔਰ ਜੇ ਅਸੀਂ ਡਿਜੀਟਾਈਜੇਸ਼ਨ ਕਰਾਂਗੇ, ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਰੱਖਾਂਗੇ। ਮੈਨੂੰ ਇੱਕ ਛੋਟੀ ਜਿਹੀ ਗੱਲ ਜਿਹੜਾ ਸੀਗਾ ਇੱਕ ਐਕਸਪੀਰੀਅੰਸ ਯਾਦ ਆਉਂਦਾ ਕਿ ਡਰਾਈਵਿੰਗ ਲਾਇਸੈਂਸ ਜਿਹੜਾ ਸੀਗਾ ਉਹ ਮੈਂ ਬਣਵਾਉਣਾ ਸੀਗਾ। ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਮੇਰਾ ਪੁਰਾਣਾ ਡਰਾਈਵਿੰਗ ਲਾਇਸੈਂਸ ਬਾਹਰ ਦੀ ਸਟੇਟ ਦਾ ਬਣਿਆ ਹੋਇਆ ਸੀਗਾ ਔਰ ਜਦੋਂ ਮੈਂ ਟਰਾਂਸਪੋਰਟ ਆਫਿਸ ਗਿਆ ਤਾਂ ਉਹਨਾਂ ਨੂੰ ਕਿਹਾ ਕਿ ਮੇਰਾ ਡਰਾਈਵਿੰਗ ਲਾਇਸੈਂਸ ਰਿਨਿਊ ਕਰ ਦਿਓ। ਉਹ ਕਹਿੰਦੇ ਨਹੀਂ ਜੀ, ਪਹਿਲਾਂ ਉੱਥੋਂ NOC ਲੈ ਕੇ ਆਓ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਤੁਹਾਡਾ ਇਹ ਡਰਾਈਵਿੰਗ ਲਾਇਸੈਂਸ ਬਣੇਗਾ। ਹੁਣ ਮੈਂ ਉਹ 1000 ਕਿਲੋਮੀਟਰ ਦੂਰ ਜਾਵਾਂ, ਉੱਥੋਂ ਜਾ ਕੇ NOC ਲੈ ਕੇ ਆਵਾਂ, ਉਸ ਤੋਂ ਬਾਅਦ ਤੁਸੀਂ ਮੇਰਾ ਡਰਾਈਵਿੰਗ ਲਾਇਸੈਂਸ ਰਿਨਿਊ ਕਰੋਗੇ ਨਾ। ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਇੱਕ SMS ਕੀਤਾ ਜਾਵੇ ਨਾ। ਜਿਸ ਨੂੰ ਤਾਂ ਨੌਲੇਜ ਹੈ ਉਹ ਤਾਂ ਇਹ ਚੀਜ਼ ਕਰ ਸਕਦਾ, ਜਿਹਨੂੰ ਨਹੀਂ ਪਤਾ ਉਹ ਤਾਂ ਫਸ ਗਿਆ ਉੱਥੇ। ਉਹ ਇੱਕ SMS ਕਰੋ ਇਸ ਨੰਬਰ ਦੇ ਉੱਤੇ, ਉਸ SMS ਕਰੋਗੇ ਨਾਲ ਦੀ ਨਾਲ ਡਿਜੀਟਾਈਜੇਸ਼ਨ ਨਾਲ ਤੁਹਾਨੂੰ ਉਹ ਮੈਸੇਜ ਦਾ ਰਿਵਰਟ ਆ ਜਾਏਗਾ ਔਰ ਮੈਂ ਉਸ ਮੈਸੇਜ ਨੂੰ ਦੇ ਕੇ DTO ਜਿਹੜਾ ਉੱਥੇ ਆਫਿਸਰ ਬੈਠਾ ਹੈ ਉਹ ਸਾਈਨ ਕਰ ਦੇਗਾ ਔਰ ਤੁਹਾਡਾ ਦੈਟ ਮੀਨਸ ਕਿ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈਗਾ ਉਹਦੇ ਉੱਤੇ ਕੋਈ ਚਲਾਨ ਨਹੀਂ ਹੈਗਾ ਔਰ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਹੜਾ ਸੀਗਾ ਬਿਨਾਂ ਕਿਸੇ ਕੰਡੀਸ਼ਨ ਦੇ ਰਿਨਿਊ ਹੋ ਸਕਦਾ। ਸੋ ਮੈਂ ਉਸੇ ਤਰੀਕੇ ਨਾਲ ਜਿਹੜਾ SMS ਕੀਤਾ, ਉਹਦਾ ਨਾਲ ਦੀ ਨਾਲ ਜਿਹੜਾ ਸੀ ਜਵਾਬ ਆਇਆ, ਮੈਂ DTO ਨੂੰ ਦਿਖਾਇਆ, ਉਹਨੇ ਸਾਈਨ ਕਰ ਦਿੱਤੇ ਔਰ ਮੇਰਾ ਡਰਾਈਵਿੰਗ ਲਾਇਸੈਂਸ ਉਸੇ ਵੇਲੇ ਰਿਨਿਊ ਹੋ ਗਿਆ। ਨਾ
ਇਹ ਤਾਂ ਉਹ ਭਲਾ ਮਾਨਸ ਸੀ ਉਹ DTO ਜਿਹਨੇ ਉਹ ਕਰ ਦਿੱਤਾ। ਮੈਨੂੰ ਯਾਦ ਹੈ ਕਿ ਮੈਂ ਦੁਬਾਰਾ ਜਦੋਂ ਮੇਰੀ ਵਾਈਫ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਸੀਗਾ ਉਦੋਂ ਰਿਨਿਊ ਕਰਾਉਣ ਗਿਆ ਤਾਂ ਮੈਂ ਇਹੀ ਗੱਲ ਮੈਂ ਉਹਨਾਂ ਨੂੰ ਕਹੀ ਕਿ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਰਿਨਿਊ ਹੋਣਾ ਚਾਹੀਦਾ। ਤਾਂ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਪਤਾ ਨਹੀਂ ਕੀ ਹੁੰਦਾ। ਮੈਂ ਉਹਨਾਂ ਨੂੰ ਕਿਹਾ ਕਿ ਇਹ SMS ਕਰੋ, ਤਾਂ ਇਸ SMS ਕਰਨ ਦੇ ਨਾਲ ਉਹਦਾ ਜਵਾਬ ਆਏਗਾ ਔਰ ਉਸ ਜਵਾਬ ਕਰਨ ਦੇ ਨਾਲ ਜਿਹੜਾ ਸੀਗਾ ਤੁਸੀਂ ਡਰਾਈਵਿੰਗ ਲਾਇਸੈਂਸ ਨੂੰ ਰਿਨਿਊ ਕਰ ਸਕਦੇ ਹੋ। ਕਹਿੰਦੇ ਸਾਨੂੰ ਨਹੀਂ ਜੀ ਪਤਾ ਇਹ ਕੀ ਹੁੰਦਾ, ਨਾ ਅਸੀਂ ਕਦੇ ਦੇਖਿਆ ਤੇ ਨਾ ਅਸੀਂ ਕਦੇ ਕੀਤਾ, ਅਸੀਂ ਨਹੀਂ ਕਰਦੇ। ਠੀਕ ਹੈ ਨਾ, ਕਿਉਂਕਿ ਕਿਤੇ ਨਾ ਕਿਤੇ ਜੇ ਬੰਦਾ ਕੋਈ ਪੜ੍ਹਿਆ ਲਿਖਿਆ ਹੈ ਤਾਂ ਉਹਨਾਂ ਚੀਜ਼ਾਂ ਨੂੰ ਉਹਨੂੰ ਪਤਾ ਹੋ ਸਕਦਾ ਕਿ ਇਹ ਚੀਜ਼ਾਂ ਨੂੰ ਅਸੀਂ ਕਿਵੇਂ ਠੀਕ ਕਰਾਉਣਾ ਵੀ ਕਿਵੇਂ। ਮੈਨੂੰ ਪਤਾ ਸੀ ਕਿ ਰਾਈਟ ਟੂ ਸਰਵਿਸ ਐਕਟ ਹੈਗਾ ਇੱਕ, ਉਹ ਮੈਂ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਇੱਕ ਲੈਟਰ ਪਾਈ ਔਰ ਉਹਦੇ 'ਚ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਕਿ ਇਹ ਕੰਮ ਇਸ ਤਰੀਕੇ ਨਾਲ ਹੋਣਾ ਚਾਹੀਦਾ, ਇਹ ਕੰਮ ਨਹੀਂ ਕੀਤਾ ਗਿਆ। ਚਿੱਠੀ ਪਾਉਣ ਦੀ ਦੇਰ ਸੀ, ਅਗਲੇ ਦਿਨ ਟੈਲੀਫੋਨ ਆ ਗਿਆ ਜੀ ਆ ਕੇ ਆਪਣਾ ਲਾਇਸੈਂਸ ਰਿਨਿਊ ਕਰਾ ਲਓ ਨਾ। ਇਹ ਚੀਜ਼ਾਂ ਆਮ ਲੋਕਾਂ ਨੂੰ ਨਹੀਂ ਪਤਾ। ਜਦੋਂ ਇਹ ਚੀਜ਼ਾਂ ਪਤਾ ਹੋਣਗੀਆਂ ਤਾਂ ਸਾਰੇ ਕੰਮ ਸੌਖੇ ਹੋ ਜਾਣਗੇ ਔਰ ਹੋਏਗਾ ਕੀ, ਕਰਪਸ਼ਨ ਦੂਰ ਹੋ ਜਾਏਗੀ। ਸੋ ਸਾਡੀ ਜਿਹੜੀ ਸਭ ਤੋਂ ਵੱਡੀ ਮਾਰ ਪੈਂਦੀ ਹੈ ਸਾਨੂੰ ਲੋਕਾਂ ਨੂੰ, ਕਰਪਸ਼ਨ ਦੀ ਮਾਰ ਪੈਂਦੀ ਹੈ। ਉਹ ਕਰਪਸ਼ਨ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਹੈ? ਅਸੀਂ ਟਰਾਂਸਪੇਰੈਂਸੀ ਨਾਲ ਕਰ ਸਕਦੇ ਹਾਂ, ਅਸੀਂ ਡਿਜੀਟਲਾਈਜੇਸ਼ਨ ਨਾਲ ਕਰ ਸਕਦੇ ਹਾਂ, ਅਸੀਂ ਅਕਾਊਂਟੇਬਿਲਿਟੀ ਨਾਲ ਕਰ ਸਕਦੇ ਹਾਂ। ਸੋ ਇੰਨੀ ਛੋਟੀ ਛੋਟੀ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਾਂਗੇ ਤਾਂ ਸਾਡਾ ਅਸੀਂ ਕਹਿ ਸਕਦੇ ਹਾਂ ਕਿ ਇਸ ਮੁਸ਼ਕਿਲ ਦੀ ਘੜੀ ਤੋਂ ਅਸੀਂ ਬਾਹਰ ਆ ਸਕਦੇ ਹਾਂ। ਪਰ ਉਹਨਾਂ ਵਾਸਤੇ ਸਾਨੂੰ ਸਾਰਿਆਂ ਨੂੰ ਜਿਹੜਾ ਸੀਗਾ ਕੋਈ ਨਾ ਕੋਈ ਐਫਰਟ ਕਰਨਾ ਪੈਣਾ। ਔਰ ਮੇਰੀ ਰਿਕੁਐਸਟ ਰਹੇਗੀ ਪੋਲੀਟੀਸ਼ੀਅਨਸ ਨੂੰ ਕਿ ਦੇ ਸ਼ੁੱਡ ਬਿਕਮ ਅਕਾਊਂਟੇਬਲ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ, ਪਿਛਲੇ ਸਾਲ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਸਿਰਫ 16 ਦਿਨ ਚੱਲਿਆ, ਸਿਰਫ 16 ਦਿਨ। ਔਰ ਉਹਦੇ ਵਿੱਚ ਹੁੰਦਾ ਕੀ ਹੈ, ਇੱਕ ਦਿਨ ਦਾ ਵਿੱਚ ਤਾਂ ਸਿਰਫ ਇਹ ਹੁੰਦਾ ਕਿ ਜੀ ਕਿਸੇ ਦੀ ਡੈਥ ਹੋ ਗਈ, ਉਹ ਸਾਰੇ ਆਏ ਤੇ 2 ਮਿੰਟ ਦਾ ਮੌਨ ਵਰਤ ਰੱਖਿਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਸੈਸ਼ਨ ਜਿਹੜਾ ਸੀ ਖਤਮ ਹੋ ਗਿਆ, ਇੱਕ ਦਿਨ ਪੂਰਾ ਲੰਘ ਗਿਆ। ਔਰ ਇਸੇ ਤਰੀਕੇ ਨਾਲ ਸਿਰਫ 2-2 3-3 ਦਿਨ ਜਿਹੜਾ ਸੀਗਾ, ਇੱਕ ਦਿਨ ਰੌਲਾ ਪੈ ਗਿਆ ਤੇ ਇੱਕ ਦਿਨ ਜਿਹੜਾ ਸੀਗਾ ਸਾਰਿਆਂ ਨੂੰ ਬਾਹਰ ਕੱਢ ਦਿੱਤਾ, ਕੰਮ ਕੋਈ ਨਹੀਂ ਹੋਇਆ। ਵਿਧਾਨ ਸਭਾ ਦਾ ਸੈਸ਼ਨ ਘੱਟੋ ਘੱਟ ਸਾਲ ਦੇ ਵਿੱਚ 100 ਦਿਨ ਲੱਗੇ ਔਰ ਜਦੋਂ ਵਿਧਾਨ ਸਭਾ ਦੇ ਵਿੱਚ ਕੋਈ ਚੀਜ਼ ਦਾ ਰੌਲਾ ਪਏਗਾ ਤਾਂ ਆਪੇ ਸਾਰੀ ਬਿਊਰੋਕ੍ਰੇਸੀ ਵੀ ਠੀਕ ਹੋ ਜਾਏਗੀ, ਆਪੇ ਸਾਰੇ ਕੰਮ ਵੀ ਹੋਣੇ ਠੀਕ ਹੋ ਜਾਣਗੇ। ਸੋ ਮੇਨ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਜਦੋਂ ਆਪਾਂ ਅਕਾਊਂਟੇਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਸਾਰਿਆਂ ਨੂੰ ਚਾਹੀਦਾ ਇਹ ਹੈ ਕਿ ਆਈ ਥਿੰਕ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਚਾਹੀਦਾ ਕਿ ਉਹ ਕਹਿਣ ਕਿ ਹਰ ਸਾਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ 100 ਦਿਨ ਘੱਟੋ ਘੱਟ ਜ਼ਿਆਦਾ ਹੋ ਸਕਦੇ ਨੇ, ਇਸ ਤੋਂ ਘੱਟ ਨਹੀਂ ਹੋਣੇ ਚਾਹੀਦੇ। ਆਪਣੇ ਆਪ ਜਦੋਂ ਉੱਥੇ ਸਵਾਲ ਜਵਾਬ ਹੋਣੇ ਨੇ, ਉੱਥੇ ਅਕਾਊਂਟੇਬਿਲਿਟੀ ਹੋਣੀ ਹੈ ਤਾਂ ਸਾਰੇ ਕੰਮ ਠੀਕ ਹੋਣੇ ਵੀ ਸ਼ੁਰੂ ਹੋ ਜਾਣਗੇ। ਔਰ ਜਦੋਂ ਅਸੀਂ ਡਿਸਕਸ ਕਰਦੇ ਹਾਂ ਕਿਸੇ ਚੀਜ਼ ਨੂੰ ਤਾਂ ਉਹਦੇ ਨਾਲ ਜਿਹੜੀਆਂ ਸੀਗੀਆਂ ਚੀਜ਼ਾਂ ਸਾਡੀਆਂ ਇੰਪਰੂਵ ਹੋਣੀਆਂ ਸ਼ੁਰੂ ਹੋ ਜਾਣਗੀਆਂ। ਮੈਨੂੰ ਲੱਗਦਾ ਹੈ ਕਿ ਇੱਕ ਛੋਟਾ ਜਿਹਾ ਰਸਤਾ ਹੈ ਪਰ ਇਸ ਰਸਤੇ 'ਤੇ ਚੱਲੀਏ ਆਪਾਂ ਤਾਂ ਅਸੀਂ ਕੋਈ ਨਾ ਕੋਈ ਇੰਪਰੂਵਮੈਂਟ ਜਿਹੜੀ ਸੀਗੀ ਆਪਣੀ ਇਕਨੋਮੀ 'ਚ ਵੀ ਲਿਆ ਸਕਦੇ ਹਾਂ ਔਰ ਆਪਣੇ ਜਿਹੜਾ ਸੀਗਾ ਮਾਹੌਲ ਹੈ ਉਸ ਚੀਜ਼ ਨੂੰ ਅਸੀਂ ਵੀ ਠੀਕ ਕਰ ਸਕਾਂਗੇ। ਸੋ ਇਹਦੇ ਨਾਲ ਹੀ ਆਪਣੇ ਜਿਹੜੇ ਸੁਝਾਅ ਤੁਸੀਂ ਕੋਈ ਦਿਓ ਤਾਂ ਉਹਨਾਂ ਸੁਝਾਵਾਂ ਨੂੰ ਤੁਹਾਡੇ ਨਾਲ ਹੋਰ ਅੱਗੇ ਡਿਸਕਸ ਕਰਾਂਗੇ ਆਪਾਂ ਔਰ ਇਕਨੋਮੀ ਦੇ ਬਾਰੇ ਜਿਹੜਾ ਸੀਗਾ ਤੁਹਾਡੇ ਨਾਲ ਮੈਂ ਫਿਰ ਦੁਬਾਰਾ ਚਰਚਾ ਕਰਾਂਗਾ। ਪਰ ਹਾਲ ਦੀ ਘੜੀ ਇੰਨਾ ਹੀ।